ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਸਾਈਟ ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਕਵਰ ਕਰਾਂਗੇ 11th ਕਲਾਸ ਦੇ ਯੂਨਿਟ 2 ਦਾ ਸੈਸ਼ਨ ਨੰਬਰ 2 ਕ੍ਰੈਡਿਟ ਚੈੱਕ ਐਂਡ ਗੈਟਿੰਗ ਆਥੋਰਾਈਜੇਸ਼ਨ। ਕ੍ਰੈਡਿਟ ਕੀ ਹੁੰਦਾ ਹੈ? ਉਧਾਰ ਲੈਣ ਦੇ ਲਈ ਸਭ ਤੋਂ ਪਹਿਲਾਂ ਜਿਹੜੇ ਸਾਨੂੰ ਚੈੱਕ ਕਰਨ ਦੀ ਜ਼ਰੂਰਤ ਹੈ ਅਤੇ ਉਹਨਾਂ ਨੂੰ ਅਪਰੂਵ ਕਰਨ ਦੇ ਲਈ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈ ਉਸ ਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕ੍ਰੈਡਿਟ ਚੈੱਕ ਹੁੰਦਾ ਕੀ ਹੈ। ਐਨੀ ਰਿਟੇਲ ਸਟੋਰ primary objective is to enhance profit. Therefore, there is a need to identify potential customer for making credit sale. ਸਭ ਤੋਂ ਪਹਿਲਾਂ ਇੱਕ ਸਟੋਰ ਦਾ ਜੋ ਮੇਨ ਆਬਜੈਕਟਿਵ ਹੁੰਦਾ ਹੈ ਉਹ ਕੀ ਹੁੰਦਾ ਹੈ? ਆਪਣੀ ਸੇਲ ਨੂੰ ਵਧਾਉਣਾ। ਓਬਵੀਅਸਲੀ ਜੇ ਸੇਲ ਵਧੇਗੀ ਤਾਂ ਹੀ ਸਾਡਾ ਪ੍ਰੋਫਿਟ ਵੀ ਵਧੇਗਾ। ਜੇ ਸਾਡੀਆਂ ਕਿਸੇ ਸਟੋਰ ਦੇ ਵਿੱਚ 10 ਵਸਤੂਆਂ ਵਿਕ ਰਹੀਆਂ ਹਨ ਅਤੇ ਉਹਨਾਂ ਤੋਂ ਸਾਨੂੰ 10 ਰੁਪਏ ਦਾ ਜਾਂ 100 ਰੁਪਏ ਦਾ ਪ੍ਰੋਫਿਟ ਹੋ ਰਿਹਾ ਹੈ, ਜੇ ਉਹੀ ਸਾਡੀਆਂ 100 ਵਸਤੂਆਂ ਵਿਕਣ ਤਾਂ ਸਾਨੂੰ ਪ੍ਰੋਫਿਟ ਹੋਏਗਾ 1000 ਰੁਪਏ ਦਾ ਜਾਂ 100 ਰੁਪਏ ਦਾ। ਉਹ ਡਿਪੈਂਡ ਕਰਦਾ ਹੈ ਕਿਸੇ ਵਸਤੂ ਤੋਂ ਸਾਨੂੰ ਪ੍ਰੋਫਿਟ ਘੱਟ ਹੋ ਰਿਹਾ, ਕਿਸੇ ਵਸਤੂ ਤੋਂ ਸਾਨੂੰ ਪ੍ਰੋਫਿਟ ਵੱਧ ਹੋ ਰਿਹਾ। ਸਭ ਤੋਂ ਪਹਿਲਾ ਆਬਜੈਕਟਿਵ ਕੀ ਹੁੰਦਾ ਕਿਸੇ ਵੀ ਸਟੋਰ ਦਾ? ਆਪਣੀਆਂ ਵਸਤੂਆਂ ਨੂੰ ਵੱਧ ਤੋਂ ਵੱਧ ਵੇਚਣਾ ਅਤੇ ਵੱਧ ਤੋਂ ਵੱਧ ਪ੍ਰੋਫਿਟ ਪ੍ਰਾਪਤ ਕਰਨਾ। ਹੁਣ ਇਸ ਦੇ ਵਿੱਚ ਕ੍ਰੈਡਿਟ ਚੈੱਕ ਦੇ ਵਿੱਚ ਸਾਨੂੰ ਜਿਹੜੇ ਕਸਟਮਰਾਂ ਨੂੰ ਲੋਨ ਦੇਣਾ ਪੈਂਦਾ ਹੈ ਜਾਂ ਉਧਾਰ ਵਸਤੂਆਂ ਦੇਣੀਆਂ ਪੈਂਦੀਆਂ ਹਨ, ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਬਾਰੇ ਜਾਣਨਾ ਹੈ। ਉਹ ਕਿਹੜੇ ਕਸਟਮਰ ਹਨ ਜਿਹੜੇ ਵਸਤੂਆਂ ਸਾਡੇ ਕੋਲ ਖਰੀਦਣਗੇ ਅਤੇ ਉਹਨਾਂ ਦੀ ਰਕਮ ਹੈ ਜੋ ਉਹ ਸਾਨੂੰ ਵਾਪਿਸ ਕਰਨਗੇ। Keeping this in mind, creditor must conduct credit checks in order to understand whether the customer has repay capacity or not. ਕੋਈ ਵਿਅਕਤੀ ਸਾਡੇ ਕੋਲੋਂ ਵਸਤੂਆਂ ਖਰੀਦ ਕੇ ਜਾ ਰਿਹਾ ਹੈ, ਪਰ ਸਭ ਤੋਂ ਪਹਿਲਾਂ ਅਸੀਂ ਜਾਣਨਾ ਹੈ ਕਿ ਉਹ ਦੇ ਕੋਲ ਇੰਨੀ ਕਪੈਸਿਟੀ ਹੈ, ਇੰਨੇ ਪੈਸੇ ਹਨ ਜੋ ਵਸਤੂਆਂ ਸਾਡੇ ਕੋਲੋਂ ਖਰੀਦ ਕੇ ਲੈ ਕੇ ਜਾ ਰਿਹਾ ਹੈ ਉਹ ਉਸ ਦੀ ਕੀਮਤ ਚੁਕਾ ਸਕੇਗਾ ਜਾਂ ਨਹੀਂ ਚੁਕਾ ਸਕੇਗਾ। ਇਸ ਦੇ ਬਾਰੇ ਅਸੀਂ ਜਾਣਨਾ ਹੈ। ਉਸ ਤੋਂ ਬਾਅਦ ਅਸੀਂ ਚੱਲਦੇ ਹਾਂ ਆਪਣੇ ਨੈਕਸਟ ਤੇ, ਉਹ ਹੈ ਮੀਨਿੰਗ ਕੀ ਹੈ? ਮੀਨਿੰਗ ਆਫ ਕ੍ਰੈਡਿਟ ਚੈੱਕ। ਸਾਨੂੰ ਕ੍ਰੈਡਿਟ ਚੈੱਕ ਦਾ ਪਤਾ ਲੱਗ ਗਿਆ, ਉਸ ਦੇ ਵਿੱਚ ਕਿਹੜੀ ਚੀਜ਼ਾਂ ਹੁੰਦੀਆਂ ਹਨ। ਉਧਾਰ ਦੇਣ ਤੋਂ ਪਹਿਲਾਂ ਅਸੀਂ ਕਿਹੜੇ ਕਸਟਮਰ ਦੀ ਚੈੱਕ ਕਰਨੀ ਹੈ, ਕੀ ਚੈੱਕ ਕਰਨਾ ਹੈ। ਹੁਣ ਦੇਖਦੇ ਹਾਂ ਇਹਦਾ ਮਤਲਬ ਕਿੱਦਾਂ ਅਸੀਂ ਚੈੱਕ ਕਰਨਾ ਹੈ। Credit check is a sort of search performed by retailer to evaluate a customer's credit worthiness. ਹੁਣ ਕੀ ਕਰਦਾ ਹੈ ਇੱਕ ਦੁਕਾਨਦਾਰ, ਇੱਕ ਪਰਚੂਨਕਾਰ? ਉਸਨੇ ਆਪਣੀਆਂ ਵਸਤੂਆਂ ਵੇਚਣ ਤੋਂ ਪਹਿਲਾਂ ਕਸਟਮਰ ਦੇ ਬਾਰੇ ਜਾਣਨਾ ਹੈ, ਉਸ ਦੀ ਹਿਸਟਰੀ ਜਾਣਨੀ ਹੈ, ਉਹਨੇ ਕਿੰਨੇ ਲੋਨ ਲਏ ਹਨ ਉਹ ਜਾਣਨਾ ਹੈ ਅਤੇ ਉਸ ਦੀ ਇਨਕਮ ਕਿੰਨੀ ਹੈ। ਇਹ ਸਾਰੀਆਂ ਚੀਜ਼ਾਂ ਕ੍ਰੈਡਿਟ ਵਰਥਨੈਸ ਦੇ ਵਿੱਚ ਆ ਜਾਂਦੀਆਂ ਹਨ, ਮਤਲਬ ਕਿ ਉਹ ਲੋਨ ਪੇ ਕਰ ਸਕਦਾ ਹੈ, ਲੋਨ ਲੈਣ ਦੇ ਕਾਬਿਲ ਹੈ ਜਾਂ ਨਹੀਂ ਹੈ। ਇਹ ਸਭ ਚੀਜ਼ਾਂ ਉਸਨੇ ਚੈੱਕ ਕਰਨੀਆਂ ਹਨ। ਆਫਟਰ ਏ ਕ੍ਰੈਡਿਟ ਚੈੱਕ, the retailer is able to assess whether the customer can handle his or her money matters and fulfill the requirement of credit. ਉਸ ਤੋਂ ਬਾਅਦ ਉਸਨੇ ਡਿਸਾਈਡ ਕਰਨਾ ਹੈ ਕਿ ਕਸਟਮਰ ਇੱਕ ਲੋਨ ਲੈਣ ਦੇ ਕਾਬਿਲ ਹੈ ਜਾਂ ਨਹੀਂ ਹੈ ਅਤੇ ਉਹ ਉਸ ਦੀਆਂ ਰਿਕੁਆਇਰਮੈਂਟ ਜੋ ਹੈ ਪੂਰੀਆਂ ਕਰਦਾ ਹੈ ਲੋਨ ਲੈਣ ਦੇ ਲਈ ਜਾਂ ਨਹੀਂ ਪੂਰੀਆਂ ਕਰਦਾ ਹੈ। ਜੇ ਅਸੀਂ ਆਪਣੇ ਇਸ ਪਿਕਚਰ ਤੇ ਗੱਲ ਕਰੀਏ ਤਾਂ ਜੋ ਕ੍ਰੈਡਿਟ ਸਕੋਰ ਹੈ, ਇਹ ਕ੍ਰੈਡਿਟ ਸਕੋਰ ਦੀ ਇੱਕ ਪਿਕਚਰ ਹੈ। ਇਸ ਦੇ ਵਿੱਚ ਹਰ ਇੱਕ ਕਸਟਮਰ ਨੂੰ ਇੱਕ ਸਕੋਰ ਦਿੱਤਾ ਜਾਂਦਾ ਹੈ, ਜਿਸ ਦਾ ਬੈਂਕ ਅਕਾਊਂਟ ਹੈ, ਜਿਸ ਨੇ ਲੋਨ ਲਿਆ ਹੈ, ਜਿਸ ਨੇ ਲੋਨ ਨਹੀਂ ਲਿਆ ਹੈ। ਇਹ ਸਾਰੀਆਂ ਚੀਜ਼ਾਂ ਇੱਕ ਕ੍ਰੈਡਿਟ ਸਕੋਰ ਦੇ ਰਾਹੀਂ ਇੱਕ ਰਿਟੇਲਰ ਪਤਾ ਕਰ ਸਕਦਾ ਹੈ ਉਸਨੇ ਅੱਜ ਕਿੰਨੇ ਤੱਕ ਲੋਨ ਲਿਆ ਹੈ, ਅੱਜ ਦੀ ਤਰੀਕ ਤੱਕ। ਜੇ ਵਸਤੂਆਂ ਉਸਨੇ ਅੱਜ ਖਰੀਦਣੀ ਹੈ ਤਾਂ ਉਸਨੇ ਪਿਛਲੇ 6 ਸਾਲਾਂ ਦੇ ਵਿੱਚ ਜਾਂ 10 ਸਾਲਾਂ ਦੇ ਵਿੱਚ ਕਿੰਨਾ ਲੋਨ ਲਿਆ ਹੈ ਅਤੇ ਉਹ ਲੋਨ ਨੂੰ ਨੇ ਪੇ ਕੀਤਾ ਹੈ ਜਾਂ ਨਹੀਂ ਕੀਤਾ ਹੈ ਅਤੇ ਉਸ ਦੇ ਅਕਾਊਂਟ ਦੇ ਵਿੱਚ ਕਿੰਨੇ ਪੈਸੇ ਹਨ। ਜੇ ਪੈਸੇ ਹਨ ਕਿ ਉਸਨੇ ਉਹ ਲੋਨ ਦੇ ਲਈ ਪੇ ਕੀਤੇ ਹਨ ਜਾਂ ਕਿਸੇ ਆਪਣੇ ਘਰ ਦੇ ਕੰਮ ਲਈ ਯੂਜ਼ ਕੀਤੇ ਹਨ। ਇਹ ਸਾਰੀਆਂ ਚੀਜ਼ਾਂ ਇਸ ਪਿਕਚਰ ਦੇ ਰਾਹੀਂ ਇੱਕ ਕਸਟਮਰ ਇੱਕ ਰਿਟੇਲਰ ਦੇ ਕੋਲ ਪਹੁੰਚ ਜਾਂਦੀਆਂ। ਜਿਸ ਦੇ ਸਕੋਰ ਘੱਟ ਹੁੰਦੇ ਹਨ ਉਸਨੂੰ ਲੋਨ ਨਹੀਂ ਦਿੱਤਾ ਜਾਂਦਾ ਅਤੇ ਪੂਅਰ ਨੂੰ ਲੋਨ ਵੀ ਨਹੀਂ ਦਿੱਤਾ ਜਾਂਦਾ। ਫੇਅਰ ਦੇ ਬਾਰੇ ਇੱਕ ਰਿਟੇਲਰ ਸੋਚ ਸਕਦਾ ਹੈ ਕਿ ਉਸਨੂੰ ਲੋਨ ਦੇਣਾ ਹੈ ਜਾਂ ਨਹੀਂ ਦੇਣਾ। ਗੁੱਡ ਦੇ ਵਿੱਚ ਉਹ ਸੋਚ ਸਕਦਾ ਹੈ ਉਸਨੇ ਉਸਨੂੰ ਲੋਨ ਦੇਣਾ ਹੈ ਅਤੇ
ਕਿੰਨੀ ਦੇਰ ਦਾ ਦੇਣਾ ਹੈ, ਇਹ ਉਸਨੇ ਸੋਚਣਾ 1 ਸਾਲ ਦਾ ਜਾਂ 6 ਮਹੀਨੇ ਦਾ। ਐਕਸੀਲੈਂਟ ਦੇ ਵਿੱਚ ਉਹ ਉਸਨੂੰ ਲੰਬੇ ਟਰਮ ਦਾ ਲੋਨ ਦੇ ਸਕਦਾ ਹੈ। ਇਸ ਤੋਂ ਬਾਅਦ ਅਸੀਂ ਚੈੱਕ ਕਰਦੇ ਹਾਂ ਨੈਕਸਟ ਆਪਣਾ ਟੌਪਿਕ ਨੀਡ ਫॉर ਕ੍ਰੈਡਿਟ ਚੈਕਿੰਗ। ਹੁਣ ਇਸ ਦੀ ਜ਼ਰੂਰਤ ਕਿਉਂ ਹੈ ਕ੍ਰੈਡਿਟ ਚੈਕਿੰਗ ਦੀ? ਇੱਕ ਰਿਟੇਲਰ ਕਿਉਂ ਇੱਕ ਕਸਟਮਰ ਨੂੰ ਕ੍ਰੈਡਿਟ ਚੈੱਕ ਕਰ ਸਕਦਾ ਹੈ, ਉਸ ਦੇ ਬਾਰੇ ਅਸੀਂ ਜਾਣਦੇ ਹਾਂ। ਸਭ ਤੋਂ ਪਹਿਲਾਂ ਪ੍ਰੋਟੈਕਟ ਦਾ ਇੰਟਰਸਟ ਆਫ ਪਾਰਟੀ। ਹੁਣ ਇਸ ਦੇ ਵਿੱਚ ਦੋ ਪਾਰਟੀਆਂ ਹਨ, ਇੱਕ ਕੌਣ ਹੈ? ਰਿਟੇਲਰ, ਇੱਕ ਹੈ ਕਸਟਮਰ। ਰਿਟੇਲਰ ਕੌਣ ਹੈ? ਜਿਸਨੇ ਵਸਤੂ ਵੇਚਣੀ ਹੈ, ਅਤੇ ਕਸਟਮਰ ਕੌਣ ਹੈ? ਜਿਸਨੇ ਵਸਤੂ ਖਰੀਦਣੀ ਹੈ। ਹੁਣ ਦੋਨਾਂ ਪਾਰਟੀਆਂ ਦਾ ਪ੍ਰੋਟੈਕਟ ਹੁੰਦਾ ਹੈ ਇਸ ਦੇ ਵਿੱਚ ਕਿ ਉਹ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਚੱਲਦੀ ਆ। ਜੇ ਰਿਟੇਲਰ ਨੇ ਵਸਤੂ ਵੇਚਣੀ ਹੈ ਕਿਸੇ ਕਸਟਮਰ ਨੂੰ, ਸਭ ਤੋਂ ਪਹਿਲਾਂ ਉਹ ਚੈੱਕ ਕਰੇਗਾ ਕਿ ਉਹ ਪੇ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ। ਜੇ ਉਹ ਨਹੀਂ ਪੇ ਕਰ ਸਕਦਾ ਤਾਂ ਕੀ ਹੋਏਗਾ? ਉਸ ਨੂੰ ਆਪਣੀ ਵਸਤੂ ਦੀ ਕੀਮਤ ਹੈ ਉਹ ਵਾਪਿਸ ਨਹੀਂ ਆਏਗੀ ਅਤੇ ਉਹ ਮਰ ਜਾਏਗੀ। ਕਸਟਮਰ ਦੇ ਤੌਰ ਤੇ ਸੋਚੀਏ ਤਾਂ ਜੇ ਉਹ ਪੇ ਨਹੀਂ ਕਰ ਸਕਦਾ, ਕੱਲ ਨੂੰ ਉਸ ਦੇ ਅਗੇਂਸਟ ਕੇਸ ਹੋ ਸਕਦਾ ਹੈ, ਉਸ ਨੂੰ ਪੁਲਿਸ ਫੜ ਸਕਦੀ ਹੈ। ਇਸ ਲਈ ਦੋਨਾਂ ਦਾ ਜੋ ਇੰਟਰਸਟ ਹੈ ਉਸ ਨੂੰ ਪ੍ਰੋਟੈਕਟ ਕਰਨਾ ਇਸ ਦਾ ਸਭ ਤੋਂ ਵੱਡਾ ਜ਼ਰੂਰਤ ਹੈ ਨੀਡ ਫॉर ਕ੍ਰੈਡਿਟ ਚੈਕਿੰਗ ਦੇ ਵਿੱਚ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਚੈੱਕ ਐਟ ਦਾ ਟਾਈਮ ਆਫ ਐਪਲੀਕੇਸ਼ਨ। ਇਹ ਸਾਰੀਆਂ ਚੀਜ਼ਾਂ ਕਦੋਂ ਚੈੱਕ ਕਰਨੀਆਂ ਚਾਹੀਦੀਆਂ ਹਨ? ਜਦੋਂ ਕਿਸੇ ਵਿਅਕਤੀ ਨੇ ਉਧਾਰ ਲੈਣਾ ਹੈ ਤਾਂ ਉਸੇ ਟਾਈਮ ਤੇ ਸਾਰੀ ਚੀਜ਼ਾਂ ਚੈੱਕ ਕਰਨੀਆਂ ਪੈਂਦੀਆਂ ਹਨ। ਉਸ ਵਿਅਕਤੀ ਦਾ ਨਾਮ, ਉਸ ਵਸਤੂ ਦਾ ਨਾਮ ਜੋ ਉਸਨੇ ਖਰੀਦਣੀ ਹੈ, ਉਸ ਦੇ ਪਿਤਾ ਜੀ ਦਾ ਨਾਮ ਜਿਸ ਵਿਅਕਤੀ ਨੇ ਲੋਨ ਲੈਣਾ ਹੈ, ਅਤੇ ਉਸ ਦਾ ਪਤਾ ਕੀ ਹੈ, ਉਸਨੇ ਕਿੱਥੇ ਕੰਮ ਕੀਤਾ ਹੈ। ਇਹ ਸਾਰੀਆਂ ਚੀਜ਼ਾਂ ਜਾਣਨੀਆਂ ਬਹੁਤ ਜ਼ਰੂਰੀ ਹਨ ਐਟ ਦਾ ਟਾਈਮ ਆਫ ਐਪਲੀਕੇਸ਼ਨ, ਅਤੇ ਉਸ ਤੋਂ ਬਾਅਦ ਹੀ ਉਸਨੂੰ ਉਹ ਵਸਤੂ ਉਧਾਰ ਦਿੱਤੀ ਜਾਏਗੀ। ਇਸ ਤੋਂ ਬਾਅਦ ਗੱਲ ਕਰੀਏ ਤਾਂ ਪ੍ਰੋਵਾਈਡਸ ਇਨਫੋਰਮੇਸ਼ਨ। ਕ੍ਰੈਡਿਟ ਚੈੱਕ ਦੇ ਵਿੱਚ ਇੱਕ ਵਿਅਕਤੀ ਦੀ ਪੂਰੀ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, ਅਤੇ ਜਿਵੇਂ ਕਿ ਤੁਸੀਂ ਆਪਣੇ ਕਈ ਫਾਰਮ ਫਿਲ ਕਰਦੇ ਹੋਗੇ ਤਾਂ ਤੁਹਾਨੂੰ ਕਿਹੜੀ ਇਨਫੋਰਮੇਸ਼ਨ ਦੇਣੀ ਪੈਂਦੀ ਹੈ। ਸਭ ਤੋਂ ਪਹਿਲਾਂ ਆਪਣਾ ਨਾਮ, ਆਪਣੇ ਪਿਤਾ ਜੀ ਦਾ ਨਾਮ, ਤੁਹਾਡੇ ਮਾਤਾ ਜੀ ਦਾ ਨਾਮ, ਤੁਸੀਂ ਕਿੱਥੇ ਕੰਮ ਕਰਦੇ ਹੋ, ਤੁਹਾਡਾ ਪਤਾ ਕੀ ਹੈ, ਤੁਹਾਡੇ ਫੈਮਿਲੀ ਇਨਕਮ ਕੀ ਹੈ, ਅਤੇ ਤੁਹਾਡੇ ਪਿਤਾ ਜੀ ਕਿੱਥੇ ਕੰਮ ਕਰਦੇ। ਸਾਰੀਆਂ ਚੀਜ਼ਾਂ ਸਾਨੂੰ ਇਨਫੋਰਮੇਸ਼ਨ ਦੇਣੀ ਪੈਂਦੀ ਹੈ। ਅਤੇ ਉਸੇ ਤਰ੍ਹਾਂ ਜਦੋਂ ਇੱਕ ਵਿਅਕਤੀ ਉਧਾਰ ਲੈਣ ਲਈ ਵਸਤੂਆਂ ਕਿਸੇ ਦੁਕਾਨਦਾਰ, ਕਿਸੇ ਰਿਟੇਲਰ ਜਾਂ ਕਿਸੇ ਇੰਡਸਟਰੀ ਦੇ ਵਿੱਚ ਜਾਂਦਾ ਹੈ ਤਾਂ ਉਸਨੂੰ ਆਪਣੀਆਂ ਸਾਰੀ ਇਨਫੋਰਮੇਸ਼ਨ ਦੇਣੀ ਪੈਂਦੀ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕ੍ਰੈਡਿਟ ਆਫ ਦਾ ਕਸਟਮਰ ਗਿਵਨ ਫॉर ਲਾਸਟ 6 ਈਅਰ। ਹੁਣ ਇਹਦੇ ਵਿੱਚ ਅਸੀਂ ਕ੍ਰੈਡਿਟ ਸਕੋਰ ਦੇ ਵਿੱਚ ਪਿਛਲੇ 6 ਸਾਲਾਂ ਦਾ ਉਸਦਾ ਰਿਕਾਰਡ ਚੈੱਕ ਕਰ ਸਕਦੇ ਹਾਂ। ਉਸਨੇ ਅੱਜ ਤੱਕ ਕਿੰਨੇ ਲੋਨ ਲਏ ਸੀ, ਉਹਨਾਂ ਵਿੱਚੋਂ ਕਿੰਨੇ ਉਸਨੇ ਫੁੱਲ ਪੇਮੈਂਟ ਕਰਤੀ, ਕਿੰਨਿਆਂ ਦੀ ਪੇਮੈਂਟ ਪੈਂਡਿੰਗ ਹੈ, ਕਿੰਨੀ ਪੈਂਡਿੰਗ ਹੈ। ਇਹ ਸਾਰੀਆਂ ਚੀਜ਼ਾਂ ਅਸੀਂ ਇੱਕ ਕ੍ਰੈਡਿਟ ਸਕੋਰ ਦੇ ਰਾਹੀਂ ਉਸਦੀਆਂ ਪਤਾ ਕਰ ਸਕਦੇ ਹਾਂ। ਇਸ ਦੇ ਲਈ ਵੱਖ ਇੰਸਟੀਟਿਊਸ਼ਨਸ ਹਨ ਜੋ ਇਹ ਸਾਰੀਆਂ ਚੀਜ਼ਾਂ ਇੱਕ ਰਿਟੇਲਰ ਜਾਂ ਇੱਕ ਕੰਪਨੀ ਨੂੰ ਪ੍ਰੋਵਾਈਡ ਕਰਦੀਆਂ ਹਨ, ਜਿਸ ਦੇ ਵਿੱਚ ਇਹ ਸਾਰਾ ਲਿਖਿਆ ਹੁੰਦਾ ਹੈ। ਉਸਦੀ ਇਨਕਮ ਕੀ ਹੈ, ਉਸਨੇ ਕਿੰਨੇ ਲੋਨ ਲਏ ਹਨ, ਉਸਦੇ ਬੈਂਕ ਵਿੱਚ ਕਿੰਨੇ ਅਕਾਊਂਟ ਹਨ, ਉਸਦੇ ਕਿੰਨੇ ਘਰ ਹਨ। ਇਹ ਸਾਰੀ ਚੀਜ਼ਾਂ ਇੱਕ ਕ੍ਰੈਡਿਟ ਸਕੋਰ ਦੇ ਰਾਹੀਂ ਪਤਾ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਬਾਅਦ ਚੱਲਦੇ ਆਪਣੇ ਨੈਕਸਟ ਟੌਪਿਕ ਤੇ ਪੋਜ਼ਿਟਿਵ ਕ੍ਰੈਡਿਟ ਰਿਪੋਰਟਿੰਗ ਕੀ ਹੁੰਦੀ ਹੈ। ਪੋਜ਼ਿਟਿਵ ਕ੍ਰੈਡਿਟ ਰਿਪੋਰਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਵਿਅਕਤੀ ਨੂੰ ਕ੍ਰੈਡਿਟ ਸਕੋਰ ਦਿੱਤੇ ਜਾਂਦੇ ਹਨ, ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੈ। ਹੁਣ ਅਸੀਂ ਕ੍ਰੈਡਿਟ ਸਕੋਰ ਕਿੰਨੇ ਤੋਂ ਕਿੰਨੇ ਦੇ ਵਿੱਚ ਹੋਣ ਤੱਕ ਕੀ ਹੁੰਦਾ ਹੈ ਇਸ ਦੇ ਬਾਰੇ ਜਾਣਦੇ ਹਾਂ। 300 ਤੋਂ 629 ਦੇ ਵਿੱਚ ਜੇ ਉਹਦੇ ਸਕੋਰ ਹੋਣ ਤਾਂ ਉਹ ਇੱਕ ਬੁਰਾ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚੋਂ ਚੱਲ ਰਿਹਾ ਹੈ ਅਤੇ ਉਸਨੂੰ ਲੋਨ ਨਹੀਂ ਦੇਣਾ ਚਾਹੀਦਾ। 630 ਤੋਂ ਜੋ 699 ਦੇ ਵਿੱਚ ਚੱਲ ਰਿਹਾ ਹੈ ਤਾਂ ਉਹ ਕੁਝ ਫੇਅਰ ਕੰਡੀਸ਼ਨ ਦੇ ਵਿੱਚ ਹੈ, ਜਿਸ ਨੂੰ ਲੋਨ ਦੇਣ ਦੇ ਬਾਰੇ ਇੱਕ ਰਿਟੇਲਰ ਸੋਚ ਸਕਦਾ ਹੈ। ਪਰ ਇਹਦੇ ਵਿੱਚ ਵੀ ਥੋੜੀ ਕਨਫਿਊਜ਼ਨ ਰਹਿੰਦਾ ਹੈ ਕਿ ਉਹ ਲੋਨ ਪੇ ਕਰੇਗਾ ਜਾਂ ਨਹੀਂ ਪੇ ਕਰੇਗਾ, ਇਸ ਦੇ ਬਾਰੇ ਵੀ ਥੋੜਾ ਕਨਫਿਊਜ਼ਨ ਰਹਿੰਦਾ ਹੈ। 690 ਤੋਂ 719 ਦੇ ਵਿੱਚ ਹੋਵੇ ਤਾਂ ਉਸਦਾ ਕ੍ਰੈਡਿਟ ਸਕੋਰ ਬਹੁਤ ਵਧੀਆ ਹੁੰਦਾ ਹੈ। ਇਸ ਦੇ ਵਿੱਚ ਉਹ ਆਪਣੇ ਲੋਨ ਉਸਨੇ ਸਾਰੇ ਪੇ ਕੀਤੇ ਹੁੰਦੇ ਹਨ ਅਤੇ ਉਸਦਾ ਕ੍ਰੈਡਿਟ ਸਕੋਰ 690 ਤੋਂ 719 ਦੇ ਵਿੱਚ ਹੁੰਦਾ ਹੈ। ਜੇ ਉਸਦਾ ਸਕੋਰ 720 ਤੋਂ 850 ਦੇ ਵਿੱਚ ਹੈ ਤਾਂ ਉਹ ਐਕਸੀਲੈਂਟ ਕੰਡੀਸ਼ਨ ਦੇ ਵਿੱਚ ਹੋਏਗਾ
ਅਤੇ ਆਪਣੇ ਪੂਰੇ ਲੋਨ ਉਸਨੇ ਪੇ ਕੀਤੇ ਹਨ, ਉਸਦੀ ਫਾਈਨੈਂਸ਼ੀਅਲ ਕੰਡੀਸ਼ਨ ਅੱਛੀ ਹੈ, ਉਸਦੇ ਬੈਂਕ ਅਕਾਊਂਟ ਦੇ ਵਿੱਚ ਪੈਸੇ ਵਧੀਆ ਹਨ, ਉਸ ਨੂੰ ਲੋਨ ਦੇ ਸਕਦਾ ਹੈ ਇੱਕ ਰਿਟੇਲਰ। ਉਸ ਤੋਂ ਬਾਅਦ ਆ ਗਿਆ ਨੈਗੇਟਿਵ ਬਿਹੇਵੀਅਰ। ਨੈਗੇਟਿਵ ਬਿਹੇਵੀਅਰ ਕੀ ਹੁੰਦਾ ਹੈ? ਨੈਗੇਟਿਵ ਬਿਹੇਵੀਅਰ ਹੁੰਦਾ ਹੈ ਇੱਕ ਵਿਅਕਤੀ ਜਦੋਂ ਲੋਨ ਲੈਂਦਾ ਹੈ ਤਾਂ ਉਸ ਦੇ ਲਈ ਥੋੜੇ ਨੈਗੇਟਿਵ ਪੁਆਇੰਟਸ ਹੁੰਦੇ ਹਨ, ਜਿਵੇਂ ਉਸਨੇ ਲੋਨ ਨਹੀਂ ਪੇ ਕੀਤਾ। ਜੇ ਲੋਨ ਨਹੀਂ ਪੇ ਕੀਤਾ ਤਾਂ ਉਸਦੀਆਂ ਕੰਡੀਸ਼ਨਸ ਕੀ ਹੁੰਦੀਆਂ ਹਨ? ਉਸਦਾ ਨੈਗੇਟਿਵ ਬਿਹੇਵੀਅਰ ਬਣ ਜਾਂਦਾ ਹੈ ਮਾਰਕੀਟ ਦੇ ਵਿੱਚ ਕਿ ਇਹ ਬੰਦਾ ਲੋਨ ਲੈਣ ਦੇ ਕਾਬਿਲ ਨਹੀਂ ਹੈ ਅਤੇ ਇਸ ਨੂੰ ਲੋਨ ਨਹੀਂ ਦਿੱਤਾ ਜਾਏਗਾ। ਇਸੇ ਤਰ੍ਹਾਂ ਇੱਕ ਪੋਜ਼ਿਟਿਵ ਬਿਹੇਵੀਅਰ ਹੁੰਦਾ ਹੈ ਵਿਅਕਤੀ ਦਾ, ਜਿਸ ਨੇ ਆਪਣੇ ਆਪ ਰਿਕਾਰਡ ਨੂੰ ਮੇਨਟੇਨ ਕੀਤਾ ਹੁੰਦਾ ਹੈ, ਕ੍ਰੈਡਿਟ ਸਕੋਰ ਉਸਦੇ ਵਧੀਆ ਹੁੰਦੇ ਹਨ। ਜੇ ਉਸਦੇ ਕ੍ਰੈਡਿਟ ਸਕੋਰ ਵਧੀਆ ਹੁੰਦੇ ਹਨ ਤਾਂ ਉਸਦਾ ਮਾਰਕੀਟ ਦੇ ਵਿੱਚ ਬਿਹੇਵੀਅਰ ਚੰਗਾ ਮੰਨਿਆ ਜਾਂਦਾ ਹੈ ਤੇ ਉਸ ਨੂੰ ਹਰ ਵਿਅਕਤੀ, ਹਰ ਰਿਟੇਲਰ ਲੋਨ ਦੇ ਸਕਦਾ ਹੈ ਤੇ ਉਸ ਦੀ ਕੰਡੀਸ਼ਨ ਦੇ ਬਾਰੇ ਪਤਾ ਕਰ ਸਕਦਾ ਹੈ। ਪਿਕਚਰ ਆਫ ਕਸਟਮਰ ਫਾਈਨਾਂਸ। ਇੱਕ ਕ੍ਰੈਡਿਟ ਰਿਪੋਰਟ ਦੇ ਵਿੱਚ ਉਸ ਦੀ ਪੂਰੀ ਫਾਈਨੈਂਸ਼ੀਅਲ ਕੰਡੀਸ਼ਨ ਬਣ ਕੇ ਇੱਕ ਰਿਟੇਲਰ ਦੇ ਕੋਲ ਪਹੁੰਚ ਜਾਂਦੀ ਹੈ। ਉਸ ਦੀ ਫਾਈਨੈਂਸ਼ੀਅਲ ਕੰਡੀਸ਼ਨ ਦੇ ਵਿੱਚ ਉਸ ਕੋਲ ਪੈਸੇ ਕਿੰਨੇ ਹਨ, ਉਸਨੇ ਕਿੰਨੀ ਇਨਕਮ ਹੈ, ਇਹ ਸਾਰੀਆਂ ਚੀਜ਼ਾਂ ਉਸਦੇ ਕੋਲ ਪਹੁੰਚ ਜਾਂਦੀਆਂ ਹਨ। ਇਸ ਤੋਂ ਬਾਅਦ ਹੀ ਕਵਰ ਕਰਦੇ ਹਾਂ ਆਪਾਂ ਨੈਕਸਟ ਚੀਜ਼, ਪ੍ਰੋਸੀਜਰ ਫॉर ਕ੍ਰੈਡਿਟ ਚੈੱਕ ਔਨ ਏ ਪ੍ਰੋਸਪੈਕਟਿਵ ਕਸਟਮਰ। ਹੁਣ ਕ੍ਰੈਡਿਟ ਚੈੱਕ ਉਧਾਰ ਦੀ ਦੇਣ ਤੋਂ ਪਹਿਲਾਂ ਜਿਹੜੇ ਚੈੱਕ ਕੀਤੇ ਜਾਂਦੇ ਹਨ, ਕਿਸ ਦੇ? ਪ੍ਰੋਸਪੈਕਟਿਵ ਕਸਟਮਰ। ਪ੍ਰੋਸਪੈਕਟਿਵ ਕਸਟਮਰ ਕੌਣ ਹੁੰਦਾ? ਜਿਸਨੇ ਸਾਡੇ ਕੋਲੋਂ ਵਸਤੂ ਨਹੀਂ ਖਰੀਦੀ ਪਰ ਉਹ ਸਾਡੇ ਕੋਲ ਵਸਤੂ ਖਰੀਦਣ ਲਈ ਆ ਰਿਹਾ ਹੈ ਜਾਂ ਸਾਡਾ ਕਸਟਮਰ ਬਣ ਰਿਹਾ ਹੈ, ਇਸ ਲਈ ਉਹ ਪ੍ਰੋਸਪੈਕਟਿਵ ਕਸਟਮਰ ਹੈ ਸਾਡੇ ਲਈ, ਜਿਸਨੇ ਵਸਤੂ ਖਰੀਦਣੀ ਹੈ ਅਤੇ ਜਿਹੜਾ ਵਸਤੂ ਖਰੀਦਣ ਲਈ ਸਾਡੇ ਕੋਲ ਆਇਆ ਹੈ ਉਹ ਸਾਡਾ ਪ੍ਰੋਸਪੈਕਟਿਵ ਕਸਟਮਰ ਹੈ, ਪਰ ਉਸਨੇ ਹਜੇ ਤੱਕ ਸਾਡੇ ਕੋਲ ਵਸਤੂ ਉਹ ਖਰੀਦੀ ਨਹੀਂ ਹੈ। ਸਭ ਤੋਂ ਪਹਿਲਾਂ ਇਸ ਦੇ ਇੰਪੋਰਟੈਂਟ ਸਟੈਪਸ ਕਿਹੜੇ-ਕਿਹੜੇ ਹਨ? ਬਿਫੋਰ ਇਸ਼ੂਇੰਗ ਕ੍ਰੈਡਿਟ, ਉਧਾਰ ਦੇਣ ਤੋਂ ਪਹਿਲਾਂ ਸਾਨੂੰ ਕਿਹੜੇ-ਕਿਹੜੇ ਸਟੈਪਸ ਆਉਂਦੇ ਹਨ ਉਹਦੇ ਬਾਰੇ ਦੇਖਦੇ ਹਾਂ। ਇਨਫੋਰਮੇਸ਼ਨ ਟੂ ਬੀ ਕਲੈਕਟਡ ਫਰੋਮ ਕਸਟਮਰ ਫॉर ਕ੍ਰੈਡਿਟ ਚੈੱਕਸ ਇਜ਼ ਐਜ਼ ਫੋਲੋ। ਸਭ ਤੋਂ ਪਹਿਲਾਂ ਰਿਲੀਜ਼ ਆਫ ਇਨਫੋਰਮੇਸ਼ਨ, ਉਸ ਤੋਂ ਇਨਫੋਰਮੇਸ਼ਨ ਲੈਣੀ ਸਾਡੇ ਲਈ ਬਹੁਤ ਜ਼ਰੂਰੀ ਹੈ। ਉਧਾਰ ਦੇਣ ਤੋਂ ਪਹਿਲਾਂ ਉਸ ਦੇ ਬਾਰੇ, ਉਸ ਦੀ ਫੈਮਿਲੀ ਦੇ ਬਾਰੇ, ਉਸ ਦੇ ਕੰਮ ਦੇ ਬਾਰੇ, ਇਹ ਸਾਰੀਆਂ ਚੀਜ਼ਾਂ ਦੀ ਸਾਨੂੰ ਇਨਫੋਰਮੇਸ਼ਨ ਇੱਕ ਐਪਲੀਕੇਸ਼ਨ ਦੇ ਰੂਪ ਦੇ ਵਿੱਚ ਉਸ ਤੋਂ ਲੈਣੀ ਚਾਹੀਦੀ ਹੈ ਅਤੇ ਉਸ ਐਪਲੀਕੇਸ਼ਨ ਦੇ ਉਸਦੇ ਸਾਈਨ ਵੀ ਹੋਣੇ ਚਾਹੀਦੇ ਹਨ। ਜੇ ਉਸਨੇ ਸਾਨੂੰ ਐਪਲੀਕੇਸ਼ਨ ਦੇ ਆਪਣੇ ਸਾਈਨ ਕਰਕੇ ਨਹੀਂ ਦਿੱਤੇ ਤਾਂ ਇਸ ਦਾ ਮਤਲਬ ਹੈ ਕਿ ਉਹ ਉਧਾਰ ਲੈਣ ਦੇ ਕਾਬਿਲ ਨਹੀਂ ਹੈ ਅਤੇ ਉਸ ਨੂੰ ਉਧਾਰ ਦੇ ਤੌਰ ਤੇ ਵਸਤੂ ਨਹੀਂ ਦਿੱਤੀ ਜਾਏਗੀ। ਉਸ ਦੇ ਵਿੱਚ ਉਸ ਦਾ ਪਤਾ ਹੋਣਾ ਜ਼ਰੂਰੀ ਹੈ, ਉਸ ਦਾ ਆਪਣਾ ਪਤਾ ਕੀ ਹੈ, ਜਿਸ ਤਰ੍ਹਾਂ ਕਿ ਅਸੀਂ ਜਦੋਂ ਐਪਲੀਕੇਸ਼ਨ ਭਰਦੇ ਹਾਂ ਉਸ ਤੋਂ ਸਾਨੂੰ ਦੋ ਤਰ੍ਹਾਂ ਦੇ ਪਤੇ ਮਿਲਦੇ ਹਨ। ਪਹਿਲਾ ਕਿਹੜਾ ਹੁੰਦਾ ਹੈ? ਸਾਡਾ ਕਮਿਊਨੀਕੇਸ਼ਨ ਐਡਰੈਸ, ਜਿੱਥੇ ਸਾਨੂੰ ਚਿੱਠੀ ਪੱਤਰ ਆ ਸਕੇ, ਅਤੇ ਦੂਜਾ ਸਾਡਾ ਐਡਰੈਸ ਹੁੰਦਾ ਹੈ ਪਰਮਾਨੈਂਟ ਐਡਰੈਸ, ਜਿੱਥੇ ਅਸੀਂ ਪੱਕੇ ਤੌਰ ਤੇ ਵਸਨੀਕ ਹਾਂ, ਉਸ ਦਾ ਸਾਨੂੰ ਪਤਾ ਦੇਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਹੈ ਉਸ ਦੀ ਇੰਪਲੋਇਮੈਂਟ, ਉਸਨੇ ਕਿੱਥੇ ਕੰਮ ਕੀਤਾ ਹੈ, ਉਸ ਦੀ ਇਨਕਮ ਕਿੰਨੀ ਹੈ ਅਤੇ ਉਸਨੇ ਕਿੰਨੀਆਂ ਕੰਪਨੀਆਂ ਚੇਂਜ ਕੀਤੀਆਂ ਹਨ ਜਾਂ ਚੇਂਜ ਕੀਤੀਆਂ ਹਨ ਤੇ ਕਿਉਂ ਕੀਤੀਆਂ ਹਨ, ਅਤੇ ਉਸ ਤੋਂ ਉਸਨੂੰ ਕਿੰਨੀ ਇਨਕਮ ਹੋਈ ਹੈ, ਇਸ ਦੇ ਬਾਰੇ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ। ਇਹ ਹੋ ਗਿਆ ਇੱਕ ਪ੍ਰੋਸਪੈਕਟਿਵ ਕਸਟਮਰ ਦੇ ਰੂਪ ਦੇ ਵਿੱਚ ਸਾਨੂੰ ਜਿਹੜੀ ਚੀਜ਼ਾਂ ਲੈਣੀਆਂ ਪੈਂਦੀਆਂ ਹਨ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਲੀਗਲ ਐਂਡ ਕੰਪਨੀ ਪ੍ਰੋਸੀਜਰ ਫॉर ਗੈਟਿੰਗ ਆਥੋਰਾਈਜੇਸ਼ਨ। ਉਸ ਨੂੰ ਆਥੋਰਾਈਜ਼ ਦੇਣ ਦੇ ਲਈ ਸਾਨੂੰ ਕਿਹੜੀ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ? ਇਹ ਪਰਸਨਸ ਕ੍ਰੈਡਿਟ ਹਿਸਟਰੀ ਇਜ਼ ਪ੍ਰਾਈਵੇਟ। ਹਰ ਇੱਕ ਕਸਟਮਰ ਦੀ ਜੋ ਹਿਸਟਰੀ ਹੁੰਦੀ ਹੈ ਉਧਾਰ ਦੇਣ ਦੀ, ਉਹ ਇੱਕ ਪ੍ਰਾਈਵੇਸੀ ਦੇ ਰੂਪ ਵਿੱਚ ਇੱਕ ਪ੍ਰਾਈਵੇਟ ਹੁੰਦੀ ਹੈ। Therefore, a retail firm needs to seek permission from the customer before accessing any information legally. ਇਸ ਲਈ ਇੱਕ ਕੰਪਨੀ, ਇੱਕ ਵਿਕਰੇਤਾ ਦੇ ਤੌਰ ਤੇ ਸਾਨੂੰ ਉਸ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਕਿ ਅਸੀਂ ਉਸ ਦੀ ਇਨਫੋਰਮੇਸ਼ਨ ਲੀਗਲੀ ਰੂਪ ਦੇ ਵਿੱਚ ਪ੍ਰਾਪਤ ਕਰ ਸਕੀਏ। ਇਹ ਅਸੀਂ ਹੁਣ ਪਰਮਿਸ਼ਨ ਕਿੱਦਾਂ ਲੈਣੀ ਹੈ? ਇਹ ਅਸੀਂ ਪਰਮਿਸ਼ਨ ਲੈਣੀ ਜਦੋਂ ਅਸੀਂ ਉਸ ਕੋਲ ਐਪਲੀਕੇਸ਼ਨ ਫਿਲ ਕਰਦੇ ਹਾਂ ਤਾਂ ਉਸ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਅਸੀਂ ਤੁਹਾਡੀ ਇਨਫੋਰਮੇਸ਼ਨ ਕ੍ਰੈਡਿਟ ਸਕੋਰ ਦੇ ਰੂਪ ਦੇ ਵਿੱਚ ਅਸੀਂ ਅਲੱਗ-ਅਲੱਗ ਇੰਸਟੀਟਿਊਸ਼ਨ ਤੋਂ ਪ੍ਰਾਪਤ ਕਰ ਸਕਦੇ ਹਾਂ, ਜਿਸ ਦੇ ਨੀਚੇ ਉਹ ਸਾਈਨ ਕਰਕੇ ਸਾਨੂੰ ਦਿੰਦਾ ਹੈ ਅਤੇ ਅਸੀਂ ਉਸ ਦੀ ਇਨਫੋਰਮੇਸ਼ਨ ਅਲੱਗ-ਅਲੱਗ ਏਜੰਸੀਆਂ ਤੋਂ, ਅਲੱਗ-ਅਲੱਗ ਥਾਵਾਂ ਤੋਂ ਕਢਵਾ ਸਕਦੇ ਹਾਂ। ਇਸ ਤੋਂ ਬਾਅਦ ਆ ਗਿਆ ਸਾਡਾ ਪ੍ਰੋਸੀਜਰ ਟੂ ਕ੍ਰੈਡਿਟ ਰਿਪੋਰਟ।
ਹੁਣ ਰਿਪੋर्ट ਕਿੱਦਾਂ ਪ੍ਰਾਪਤ ਕਰਨੀ ਹੈ? ਕ੍ਰੈਡਿਟ ਰਿਪੋर्ट ਕਸਟਮਰਸ ਪ੍ਰੋਵਾਈਡ ਦਾ ਨੈਸੈਸਰੀ ਇਨਫੋਰਮੇਸ਼ਨ ਫॉर ਕ੍ਰੈਡਿਟ ਪਰਚੇਜ਼। ਹੁਣ ਸਾਨੂੰ ਕਸਟਮਰ ਨੇ ਆਪਣੀ ਪੂਰੀ ਇਨਫੋਰਮੇਸ਼ਨ ਦੇ ਦਿੱਤੀ, ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਸੀ, ਉਸਦਾ ਨਾਮ, ਪਤਾ, ਇਨਕਮ ਅਤੇ ਉਹ ਕਿੱਥੇ ਰਹਿੰਦਾ ਹੈ। ਇਹ ਐਡਰੈਸ ਅਸੈਸਸ ਦਾ ਇਨਫੋਰਮੇਸ਼ਨ ਐਂਡ ਮੇਕ ਏ ਰਿਪੋਰਟ। ਹੁਣ ਇੱਕ ਪ੍ਰਚੁਰਕਾਰ ਨੇ ਕੀ ਕਰਨਾ ਹੈ? ਪ੍ਰਚੁਰਕਾਰ ਨੇ ਉਸ ਦੀ ਇਨਫੋਰਮੇਸ਼ਨ ਪ੍ਰਾਪਤ ਕਰਨੀ ਹੈ ਅਤੇ ਉਸ ਨੂੰ ਦੇਖਣਾ ਹੈ, ਉਸ ਦੇ ਬਾਰੇ ਫਿਰ ਉਸਨੇ ਇੱਕ ਰਿਪੋਰਟ ਤਿਆਰ ਕਰਨੀ ਹੈ। The retailer can directly ask the customer for credit worthiness। ਉਹ ਸਿੱਧਾ ਗਾਹਕ ਦੇ ਕੋਲੋਂ ਵੀ ਪੁੱਛ ਸਕਦਾ ਹੈ ਉਸ ਦੇ ਬਾਰੇ, ਉਸਨੇ ਕਿਹੜੇ ਲੋਨ ਲਏ ਹਨ ਅਤੇ ਉਸ ਦੀ ਕ੍ਰੈਡਿਟ ਵਰਥਨੈਸ ਕੀ ਹੈ, ਅਤੇ ਰਾਈਟ ਇਟ ਇਨ ਏ ਕ੍ਰੈਡਿਟ ਰਿਪੋਰਟ। ਉਹ ਉਸ ਨੂੰ ਕ੍ਰੈਡਿਟ ਰਿਪੋਰਟ ਦੇ ਰੂਪ ਦੇ ਵਿੱਚ ਲਿਖ ਸਕਦਾ ਹੈ ਅਤੇ ਲਿਖਣ ਤੋਂ ਬਾਅਦ ਉਹ ਚੈੱਕ ਕਰ ਸਕਦਾ ਹੈ ਕਿ ਉਹ ਲੋਨ ਲੈਣ ਦੇ ਕਾਬਿਲ ਹੈ ਜਾਂ ਨਹੀਂ ਹੈ। ਹੁਣ ਸਟੈਪਸ ਕਿਹੜੇ ਫੋਲੋ ਕਰਨੀ ਹੈ ਕ੍ਰੈਡਿਟ ਲੋਨ ਦੇਣ ਦੇ ਲਈ? ਉਧਾਰ ਦੇਣ ਦੇ ਲਈ ਸਾਨੂੰ ਸਟੈਪ ਕਿਹੜੇ ਇੱਕ ਪ੍ਰਚੂਨਕਾਰ ਦੇ ਰੂਪ ਦੇ ਵਿੱਚ ਲੈਣੇ ਚਾਹੀਦੇ ਹਨ। ਸਭ ਤੋਂ ਪਹਿਲਾ ਸਟੈਪ ਹੈ ensure that these customer will be both willing and able to pay in accordance with agreed upon term। ਹੁਣ ਅਸੀਂ ਟਰਮ ਵੀ ਲਗਾਤੀਆਂ। ਹੁਣ ਟਰਮ ਲਗਾਉਣ ਦੇ ਨਾਲ ਹੁਣ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡਾ ਕਸਟਮਰ ਸਾਨੂੰ ਉਹਨਾਂ ਟਰਮ ਦੇ ਅਕੋਰਡਿੰਗ ਸਾਨੂੰ ਉਸ ਉਧਾਰ ਨੂੰ ਪੇ ਕਰ ਸਕਦਾ ਹੈ। ਕਿਸ ਰੂਪ ਦੇ ਵਿੱਚ? ਕਿਸ਼ਤਾਂ ਦੇ ਰੂਪ ਦੇ ਵਿੱਚ ਜਾਂ ਲੰਮ ਸਮ ਰੂਪ ਦੇ ਵਿੱਚ, ਮਤਲਬ ਇਕੱਠਾ ਪੇ ਕਰ ਸਕਦਾ ਹੈ। ਕਿੱਦਾਂ ਉਹ ਪੇ ਕਰ ਸਕਦਾ ਹੈ? ਕੰਡੀਸ਼ਨ ਅਸੀਂ ਲਗਾਤੀਆਂ। ਹੁਣ ਸਟੈਪਸ ਇਹਦੇ ਕਿਹੜੇ ਹਨ? ਸਭ ਤੋਂ ਪਹਿਲਾਂ ਤੁਹਾਨੂੰ ਕ੍ਰੈਡਿਟ ਪਾਲਿਸੀ ਕ੍ਰੀਏਟ ਕਰਨੀ ਪੈਂਦੀ ਹੈ। ਕ੍ਰੈਡਿਟ ਪਾਲਿਸੀ ਕੀ ਹੁੰਦਾ? ਉਸਦਾ ਨਾਮ, ਪਤਾ, ਐਡਰੈਸ, ਉਸ 'ਤੇ ਕਿੰਨਾ ਇੰਟਰਸਟ ਲੱਗੇਗਾ, ਸਾਰੀਆਂ ਚੀਜ਼ਾਂ ਇੱਕ ਕ੍ਰੈਡਿਟ ਪਾਲਿਸੀ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਂਦੀਆਂ ਹਨ। ਉਸ ਤੋਂ ਬਾਅਦ ਕਸਟਮਰ ਮਸਟ ਕੰਪਲੀਟ ਦਾ ਕ੍ਰੈਡਿਟ ਐਪਲੀਕੇਸ਼ਨ। ਹੁਣ ਜੋ ਗਾਹਕ ਹੈ ਉਸ ਨੂੰ ਜੋ ਐਪਲੀਕੇਸ਼ਨ ਦਿੱਤੀ ਗਈ ਹੈ ਫਿਲ ਕਰਨ ਦੇ ਲਈ, ਉਸ ਨੂੰ ਉਹ ਸਾਰੀ ਐਪਲੀਕੇਸ਼ਨ ਫਿਲ ਕਰਨੀ ਚਾਹੀਦੀ ਹੈ। ਉਸ ਨੂੰ ਉਸ ਦੇ ਵਿੱਚੋਂ ਕੋਈ ਵੀ ਕਾਲਮ ਜੇ ਛੱਡਦਾ ਹੈ ਤਾਂ ਉਸ ਦਾ ਰੀਜ਼ਨ ਪੁੱਛਣਾ ਚਾਹੀਦਾ ਹੈ। ਜੇ ਰੀਜ਼ਨ ਵੈਲਿਡ ਹੈ ਤਾਂ ਠੀਕ ਹੈ, ਜੇ ਨਹੀਂ ਵੈਲਿਡ ਹੈ ਤਾਂ ਸਾਨੂੰ ਉਸ ਦਾ ਜੋ ਉਧਾਰ ਦੇਣ ਦਾ ਤਰੀਕਾ ਹੈ ਉਸ ਨੂੰ ਮਨਾ ਕਰ ਦੇਣਾ ਚਾਹੀਦਾ ਹੈ। ਅਤੇ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਚੈੱਕ ਦਾ ਕ੍ਰੈਡਿਟਸ ਰੈਫਰੈਂਸ। ਹੁਣ ਕਸਟਮਰ ਨੇ ਸਾਨੂੰ 2 ਰੈਫਰੈਂਸ ਦੇਣੇ ਹੁੰਦੇ ਆ। ਤੁਹਾਨੂੰ ਪਤਾ ਹੈ ਜਦੋਂ ਅਸੀਂ ਅਕਾਊਂਟ ਖੁਲਾਉਂਦੇ ਹਾਂ ਜਾਂ ਕਿਤੇ ਐਪਲੀਕੇਸ਼ਨ ਫਿਲ ਕਰਦੇ ਹਾਂ ਤਾਂ ਉਹ ਸਾਡੇ ਕੋਲੋਂ ਰੈਫਰੈਂਸ ਪੁੱਛਦੇ ਹਨ। ਰੈਫਰੈਂਸ ਦਾ ਮਤਲਬ ਕੀ ਹੁੰਦਾ ਹੈ? ਸਾਡੇ ਆਲੇ ਦੁਆਲੇ ਜੋ ਵਿਅਕਤੀ ਰਹਿ ਰਹੇ ਹਨ ਅਤੇ ਉਹ ਸਾਨੂੰ ਚੰਗੀ ਤਰ੍ਹਾਂ ਜਾਣਦੇ ਹਨ ਜਾਂ ਨਹੀਂ ਜਾਣਦੇ, ਇਸ ਦੇ ਬਾਰੇ ਸਾਨੂੰ ਉਸ ਦੇ ਜੋ ਰੈਫਰੈਂਸ ਹੈ ਉਹ ਸਾਨੂੰ ਚੈੱਕ ਕਰਨੇ ਚਾਹੀਦੇ ਹਨ, ਉਹ ਵੈਲਿਡ ਹਨ ਜਾਂ ਨਹੀਂ ਵੈਲਿਡ। ਉਸ ਤੋਂ ਬਾਅਦ ਆ ਗਿਆ ਰਨ ਕ੍ਰੈਡਿਟ ਚੈੱਕ। ਉਸ ਦੇ ਸਕੋਰ ਸਾਨੂੰ ਪਤਾ ਕਰਨੇ ਚਾਹੀਦੇ ਹਨ ਕਿ ਉਸ ਦੇ ਸਕੋਰ ਕਿਸ ਰੂਪ ਦੇ ਵਿੱਚ ਆਉਂਦੇ ਹਨ, ਬੈਡ ਦੇ ਵਿੱਚ ਆਉਂਦੇ ਹਨ, ਗੁੱਡ ਦੇ ਵਿੱਚ ਆਉਂਦੇ ਹਨ, ਐਕਸਲੈਂਟ ਦੇ ਵਿੱਚ ਆਉਂਦੇ ਹਨ। ਉਸ ਦੇ ਰੂਪ ਦੇ ਵਿੱਚ ਕ੍ਰੈਡਿਟ ਚੈੱਕ ਸਾਨੂੰ ਕਰਨੇ ਚਾਹੀਦੇ ਹਨ ਕਿ ਉਸਨੇ ਉਸ ਦੇ ਸਕੋਰ ਕਿੰਨੇ ਆਏ ਹਨ ਅਤੇ ਉਹ ਕਿਸ ਤਰ੍ਹਾਂ ਲੋਨ ਪ੍ਰਾਪਤ ਕਰ ਸਕਦਾ ਹੈ। ਰਿਕੁਐਸਟ ਪਰਸਨਲ ਗਰੰਟੀ ਫਰੋਮ ਕਸਟਮਰ। ਹੁਣ ਉਸ ਦੇ ਕੋਲੋਂ ਇੱਕ ਗਰੰਟੀ ਦੇ ਰੂਪ ਵਿੱਚ ਕਿਸੇ ਇੱਕ ਵਿਅਕਤੀ ਦਾ ਨਾਮ ਵੀ ਸਾਨੂੰ ਲੈਣਾ ਚਾਹੀਦਾ ਹੈ ਜੋ ਉਸ ਦੀ ਗਰੰਟੀ ਲੈ ਸਕੇ ਕਿ ਇਸਨੇ ਲੋਨ ਪੇ ਕਰ ਦੇਣਾ ਹੈ, ਤੇ ਜੇ ਇਹ ਪੇ ਨਹੀਂ ਕਰੇਗਾ ਤਾਂ ਮੈਨੇ ਪੇ ਕਰਾਂਗਾ ਇਸ ਦੀ ਥਾਂ ਤੇ। ਉਸ ਤੋਂ ਬਾਅਦ ਨੈਕਸਟ ਹੈ ਸਾਡਾ ਟੇਕ ਸਿਕਿਉਰਿਟੀ ਇੰਟਰਸਟ ਇਨ ਪ੍ਰੋਡਕਟ। ਹੁਣ ਸਿਕਿਉਰਿਟੀ ਦੇ ਤੌਰ ਤੇ, ਇੰਟਰਸਟ ਦੇ ਤੌਰ ਤੇ ਅਸੀਂ ਉਹਨਾਂ ਕੋਲ ਕੋਈ ਸਿਕਿਉਰਿਟੀ ਲੈ ਸਕਦੇ ਹਾਂ ਜਿਸ ਦੇ ਰਾਹ ਸਾਡੀ ਵਸਤੂ ਜਾਂ ਸਾਡੀ ਕੀਮਤ ਨੂੰ ਇੱਕ ਸੇਫ ਰਹੇ ਕਿ ਅਸੀਂ ਉਸ ਤੋਂ ਉਹ ਕੀਮਤ ਲੈ ਲਈਏ ਅਤੇ ਫਿਊਚਰ ਦੇ ਵਿੱਚ ਉਹ ਸਾਨੂੰ ਉਸ ਵਸਤੂ ਦੀ ਕੀਮਤ ਦੇ ਕੇ ਉਹ ਵਸਤੂ ਵਾਪਿਸ ਲੈ ਸਕਦਾ ਹੈ। ਸੈਟ ਕ੍ਰੈਡਿਟ ਲਿਮਿਟਸ ਐਂਡ ਪੇਮੈਂਟ ਟਰਮਸ। ਹੁਣ ਅਸੀਂ ਉਹਨੂੰ ਉਧਾਰ ਦੇਣਾ, ਮੰਨ ਲਈਏ ਕੋਈ ਵਿਅਕਤੀ ਲੋਨ ਲੈ ਰਿਹਾ ਅਤੇ ਉਸਨੇ ਉਧਾਰ ਲੈਣਾ ਹੈ ਤਾਂ ਉਧਾਰ ਲੈਣ ਦੇ ਲਈ ਉਸ ਦੀ ਜੋ ਕ੍ਰੈਡਿਟ ਸਕੋਰ ਹੈ ਉਹ ਦੱਸ ਰਹੇ ਹਨ ਕਿ ਵਿਅਕਤੀ ਵਧੀਆ ਨਹੀਂ ਹੈ। ਹੁਣ ਅਸੀਂ ਉਸ ਦੀ ਕ੍ਰੈਡਿਟ ਲਿਮਿਟ ਕਰ ਸਕਦੇ ਹਾਂ। ਜੇ 100 ਰੁਪਏ ਦਾ ਲੋਨ ਮੰਗ ਰਿਹਾ ਤਾਂ ਅਸੀਂ ਉਸਨੂੰ 70 ਰੁਪਏ ਦਾ ਲੋਨ ਦੇ ਸਕਦੇ ਹਾਂ, ਬਾਕੀ 30 ਰੁਪਏ ਦਾ ਅਸੀਂ ਲੋਨ ਨਹੀਂ ਦੇ ਸਕਦੇ। ਇਹ ਕਹਿ ਸਕਦੇ ਹਾਂ ਤੁਸੀਂ 30 ਰੁਪਏ ਜੋ ਹੈ ਸਾਨੂੰ ਕੈਸ਼ ਦਿਓ, ਬਾਕੀ 70 ਰੁਪਏ ਦਾ ਲੋਨ ਮਿਲ ਜਾਏਗਾ। ਅਤੇ ਜੇ 70 ਰੁਪਏ ਦਾ ਲੋਨ ਮਿਲੇਗਾ ਤਾਂ ਉਸ ਨੂੰ ਅਸੀਂ 10-10 ਰੁਪਏ ਦੀ 7 ਕਿਸ਼ਤਾਂ ਬਣਾ ਕੇ ਤੁਹਾਡੇ ਕੋਲੋਂ ਵਾਪਿਸ ਲਵਾਂਗੇ, ਜਾਂ 70 ਰੁਪਏ ਸਾਨੂੰ ਇਸ ਤਰੀਕ ਨੂੰ ਵਾਪਿਸ ਦੇ ਦਿਓ। ਇਹ ਹੁੰਦੀ ਹੈ ਕ੍ਰੈਡਿਟ ਲਿਮਿਟਸ ਅਤੇ ਪੇਮੈਂਟ ਟਰਮਸ। ਇਸ ਦੇ ਨਾਲ ਹੀ ਤੁਹਾਡਾ ਸਭ ਦਾ ਬਹੁਤ ਧੰਨਵਾਦ। ਮੈਂ ਕਰਮਜੀਤ ਸਿੰਘ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ ਜਲੰਧਰ ਤੋਂ ਤੁਹਾਡਾ ਸਭ ਦਾ ਬਹੁਤ ਧੰਨਵਾਦ ਕਰਦਾ ਹਾਂ। ਤੁਸੀਂ ਲੈਕਚਰ ਦੇ ਲਈ ਆਪਣਾ ਸਮਾਂ ਕੱਢਿਆ। ਥੈਂਕ ਯੂ।